सतगुरां दी साजी निवाजी, गुरु रूप प्यारी, गुरु सवारी साध संगत जी। सतगुरु जी ने बख्शिश की है, भाग जागे की यह निशानी, मीठी लागै गुर की बानी। जागे हुए भाग दी ये निशानी है कि निता प्रति कर्म अनुसार परमेश्वर की गुरबाणी नूं पढ़ना अते सुनना बड़ा चंगा लगता है। मनुख दे इन्हां संस्कारां दा संग्रह बन के एक दिन मनुख की आदत बन जाती है कि उसनों गुरबाणी पढ़न अते सुनन तो बिना दुनिया की कोई भी वस्तु बहुती चंगी नहीं लगती। परमेश्वर दे इन्हां दिनां दियां रचे हुए अपने कौतक साहिब श्री गुरु गोबिंद सिंह जी महाराज, जिन्हां ने पूर्ण तौर ते सिख पंथ दियां, सिख कौम दियां इतनियां डूंघियां जड़ां लाइयां ने कि इन्हां नूं कोई हिला तक नहीं सकती दुनिया की कोई ताकत। पूर्ण तौर ते रणनीति गुरु साहिब जी महाराज जी ने कढ़ी है, क्योंकि जिहड़े जंग युद्ध करन दे जरनैल हुंदे ने ये पूर्ण तौर ते रणनीति दे नाल जंग युद्ध करते ने। बाबा बंदा सिंह बहादुर नूं जदों कलगीधर महाराज ने हजूर साहिब तो पंजाब वल भेजिया सी ते उदों भी ये रणनीति बाबा बंदा सिंह बहादुर नूं दसी सी कि जे तुसीं सरहंद दे विच जाके जंग कीती उत्थे नुकसान ज़्यादा होना है। इस करके बंदा सिंह बहादुर ने वजीर खां वर्गिਆਂ ਨੂੰ ਚੱਪੜਚਿੜੀ ਦੇ ਸਥਾਨ ਤੇ ਬੁਲਾ ਲਿਆ ਸੀ। ਪੂਰੀ ਰਣਨੀਤੀ ਦੇ ਨਾਲ ਜੰਗ ਯੁੱਧ ਗੁਰੂ ਸਾਹਿਬ ਜੀ ਮਹਾਰਾਜ ਕਰਦੇ ਰਹੇ ਨੇ। ਔਰ ਰਣਨੀਤੀ ਦੇ ਨਾਲ ਹੀ ਆਨੰਦਪੁਰ ਸਾਹਿਬ ਛੱਡਿਆ ਸੀ, ਕਿਉਂਕਿ ਆਨੰਦਪੁਰ ਸਾਹਿਬ ਦੇ ਵਿੱਚ आटे दी गाउंदियां कसमां खानियां, कुरान दे एक मोहरले पन्ने ते कुरान दी कसम लिख के भी भेजी गई सी। सज्जे पास्यों कुरान शुरू हुंदी है तो खब्बे पासे सी जिहड़ा कुरान दे कसम लिख के भेजी हुई सी कि असीं कसम खाने आ कुरान दी कि जे तुसीं आनंदपुर साहिब छड्ड जाओ तो तुहाडा कोई भी जानी माली नुकसान नहीं होवेगा। तो कलगीधर महाराज ने वो कुरान नूं सांभ के रखिया सी, क्योंकि कलगीधर महाराज आनंदपुर साहिब पूरी रणनीति नाल इस करके छड्डदे ने कि जे हुण आनंदपुर साहिब ना छड्डिया तो इन्हां ने आउण वाले इतिहास दे विच लिख देना कि जे कलगीधर महाराज साडे आखे लग जांदे
ਤੇ ਬਹੁਤ ਵਧੀਆ ਹੋਣਾ ਸੀ, ਇਤਨਾ ਵੱਡਾ ਨੁਕਸਾਨ ਨਹੀਂ ਹੋਣਾ ਸੀ। ਰਣਨੀਤੀ ਦੇ ਨਾਲ ਛੱਡਿਆ ਕਿ ਜਿਤਨੀਆਂ ਇਹਨਾਂ ਨੇ ਕਸਮਾਂ ਖਾਧੀਆਂ ਨੇ ਉਹ ਸੱਚੀਆਂ ਨੇ ਜਾਂ ਇਹਨਾਂ ਨੇ ਆਪਣੇ ਕੁਰਾਨ ਦੀਆਂ ਅਤੇ ਆਰਟੀ ਦੀਆਂ ਗਊ ਦੀਆਂ ਕਸਮਾਂ ਝੂਠੀਆਂ ਖਾਧੀਆਂ ਨੇ। ਇਹ ਸਾਬਤ ਕਰਨ ਵਾਸਤੇ ਕਲਗੀਧਰ ਮਹਾਰਾਜ ਨੇ ਅਨੰਦਪੁਰ ਸਾਹਿਬ ਨੂੰ ਛੱਡਿਆ ਸੀ, ਕਿਉਂਕਿ ਕਲਗੀਧਰ ਮਹਾਰਾਜ ਬਹੁਤੇ ਪ੍ਰਚਾਰਕ ਬੋਲਣ ਵਾਲੇ ਜਾਂ ਹੋਰ ਕਹਿ ਦਿੰਦੇ ਨੇ ਕਿ ਮਜਬੂਰ ਹੋ ਕੇ ਕਲਗੀਧਰ ਮਹਾਰਾਜ ਨੂੰ ਛੱਡਣਾ ਪਿਆ। ਨਹੀਂ, ਜਿਹੜੇ ਬੰਦਿਆਂ ਨੇ ਕਲਗੀਧਰ ਮਹਾਰਾਜ ਕੋਲੇ ਕਸਮਾਂ ਲਿਖ ਲਿਖ ਕੇ ਭੇਜੀਆਂ ਸੀ ਨਾ, ਉਹਨਾਂ ਦੀ ਅਸਲੀਅਤ ਦੁਨੀਆ ਦੇ ਸਾਹਮਣੇ ਪ੍ਰਗਟ ਕਰਨ ਵਾਸਤੇ ਕਲਗੀਧਰ ਮਹਾਰਾਜ ਨੇ ਅਨੰਦਪੁਰ ਸਾਹਿਬ ਛੱਡਿਆ ਸੀ, ਤਾਂ ਕਿ ਦੁਨੀਆ ਨੂੰ ਪਤਾ ਲੱਗੇ ਕਿ ਇਹ ਆਪਣੇ ਧਰਮ ਦੇ ਵਿੱਚ ਕਿੰਨੇ ਕੁ ਪਰਪੱਕ ਨੇ, ਤੇ ਆਉਣ ਵਾਲਾ ਇਤਿਹਾਸ, ਆਉਣ ਵਾਲਾ ਸਮਾਂ ਇਹਨਾਂ ਨੂੰ ਲਾਹਨਤਾਂ ਪਾਉਂਦਾ ਰਹੇ ਕਿ ਜਿਹੜੇ ਕਸਮਾਂ, ਕਿਉਂਕਿ ਕਲਗੀਧਰ ਮਹਾਰਾਜ ਨੂੰ ਪਤਾ ਸੀ ਕਿ ਕਸਮਾਂ ਖਾ ਕੇ ਮੁਕਰਨਗੇ। ਉਹ ਕਲਗੀਧਰ ਮਹਾਰਾਜ ਜੀਆਂ ਨੇ ਕੁਰਾਨ ਸਾਂਭ ਕੇ ਰੱਖੀ ਸੀ। ਅਨੰਦਪੁਰ ਸਾਹਿਬ ਛੱਡਿਆ ਕਲਗੀਧਰ ਮਹਾਰਾਜ ਜੀਆਂ ਨੇ, ਔਰ ਇਹਨਾਂ ਦੇ ਵਿੱਚ ਇੱਕ ਕਲਗੀਧਰ ਮਹਾਰਾਜ ਜੀ ਨਾਲ ਰਣਨੀਤੀ ਜਦੋਂ ਘੜਦੇ ਸੀ, ਉਹਦੇ ਵਿੱਚ ਖੁਫੀਆ ਵਿਭਾਗ ਸੀ ਕਲਗੀਧਰ ਮਹਾਰਾਜ ਜੀਆਂ ਦਾ, ਜਿਹਦੇ ਮੁਖੀ ਭਾਈ ਚਰਨ ਸਿੰਘ ਬਰਾੜ, ਉਹ ਇਹਨਾਂ ਦੇ ਮੁਖੀ ਸਨ। ਉਹਨਾਂ ਨੇ ਹਾਥੀ ਨੂੰ ਸ਼ਰਾਬ ਪਿਲਾ ਕੇ ਅਨੰਦਪੁਰ ਸਾਹਿਬ ਦੇ ਕਿਲੇ ਵੱਲ ਭੇਜਣਾ ਲੋਹਗੜ੍ਹ ਦੇ। ਇਹ ਕਲਗੀਧਰ ਮਹਾਰਾਜ ਜੀਆਂ ਨੂੰ 3 ਦਿਨ ਪਹਿਲਾਂ ਚਰਨ ਸਿੰਘ ਬਰਾੜ ਨੇ ਦੱਸ ਦਿੱਤਾ ਸੀ, ਔਰ ਇਹ ਖੁਫੀਆ ਵਿਭਾਗ ਸੀ ਜਿਹੜਾ ਕਲਗੀਧਰ ਮਹਾਰਾਜ ਜੀਆਂ ਦਾ। ਇਹਨੇ ਗੁਰੂ ਸਾਹਿਬ ਜੀ ਮਹਾਰਾਜ ਜੀਆਂ ਨੂੰ ਇਹ ਸਮੇਂ ਸਮੇਂ 'ਤੇ ਸਾਰੀ ਦੀ ਜਿਤਨਾ ਕੁਝ ਵੀ ਉਹਨਾਂ ਨੇ ਕਰਨਾ ਸੀ ਸਭ ਕੁਝ ਇਹ ਦੱਸ ਦਿੰਦੇ ਸਨ। ਤੋ ਕਲਗੀਧਰ ਮਹਾਰਾਜ ਅਨੰਦਪੁਰ ਸਾਹਿਬ ਇਸ ਕਰਕੇ ਕਲਗੀਧਰ ਮਹਾਰਾਜ ਜੀਆਂ ਨੇ ਛੱਡਿਆ ਸੀ, ਤਾਂ ਕਿ ਇਹਨਾਂ ਪਹਾੜੀ ਰਾਜਿਆਂ ਦਾ, ਮੁਗਲ ਸਰਕਾਰ ਦੀ ਅਸਲੀਅਤ, ਖਾਧੀਆਂ ਹੋਈਆਂ ਇਹਨਾਂ ਦੀਆਂ ਕਸਮਾਂ ਇਹ ਕਿੰਨੇ ਕੁ ਝੂਠੇ ਨੇ, ਇਹ ਦੁਨੀਆ ਦੇ ਸਾਹਮਣੇ ਸਾਬਤ ਹੋ ਜਾਵੇ। ਤੋ ਗੁਰੂ ਸਾਹਿਬ ਜੀ ਮਹਾਰਾਜ ਅਨੰਦਪੁਰ ਸਾਹਿਬ ਤੋਂ ਸ਼ਾਹੀ ਟਿੱਬੀ ਵੱਲ ਗੁਰੂ ਸਾਹਿਬ ਜੀ ਮਹਾਰਾਜ ਜੀਆਂ ਦੇ ਨਾਲ ਸਿੱਖ ਸੇਵਕ ਅੱਧੀ ਰਾਤ ਪਹਿਰ ਰਹਿੰਦੇ ਨਿਕਲੇ ਨੇ। ਸ਼ਾਹੀ ਟਿੱਬੀ 'ਤੇ ਕਲਗੀਧਰ ਮਹਾਰਾਜ ਜੀਆਂ ਨੇ ਭਾਈ ਉਦੇ ਸਿੰਘ ਨੂੰ ਰੋਕ ਦਿੱਤਾ ਹੈ ਕਿ ਤੁਸੀਂ ਇਸੇ ਜਗ੍ਹਾ ਦੇ ਉੱਪਰ ਜੰਗ ਯੁੱਧ ਕਰਨਾ ਹੈ, ਅਤੇ ਜੋ ਸਾਡੇ ਪਿੱਛੇ ਬਾਬਾ ਅਜੀਤ ਸਿੰਘ, ਵੱਡਾ ਸਿੰਘ ਆ ਰਹੇ ਨੇ, ਉਹਨਾਂ ਨੂੰ ਤੁਸੀਂ ਅਗਾਹਾਂ ਭੇਜ ਦੇਣਾ। ਤੋ ਆਪ ਜੀ ਨੇ ਨੋਟ ਕਰ ਲੈਣਾ ਕਿ ਜਿਹੜੀ ਸਰਸਾ ਦੇ ਕੰਢੇ 'ਤੇ ਜੰਗ ਹੋਈ ਹੈ ਨਾ, ਇੱਕ ਐਸੀ ਜੰਗ ਹੋਈ ਹੈ ਜਿਹਦੀ ਦੁਨੀਆ ਦੇ ਵਿੱਚ ਮਿਸਾਲ ਕਿਤੇ ਹੋਰ ਦੇਖਣ ਨੂੰ ਨਹੀਂ ਮਿਲਦੀ। ਇੱਕ ਪਾਸੇ 'ਤੇ ਸ਼ਾਹੀ ਲਸ਼ਕਰ ਆ ਰਿਹਾ ਹੈ ਜਿਹੜਾ ਗੁਰੂ ਸਾਹਿਬ ਜੀ ਮਹਾਰਾਜ ਜੀਆਂ ਦਾ ਪੂਰਨ ਤੌਰ 'ਤੇ ਪਿੱਛਾ ਕਰਦੇ ਆ ਰਹੇ ਨੇ। ਤੋ ਇਹ ਸਰਸਾ ਦਾ ਜਿਹੜਾ ਕੰਢਾ ਹੈ, ਇਸ ਕੰਢੇ 'ਤੇ ਜਿਹੜਾ ਇੱਕ ਪਾਸੇ 'ਤੇ ਭਾਈ ਉਦੇ ਸਿੰਘ, ਦੂਸਰੇ ਪਾਸੇ 'ਤੇ ਜਿਹੜੇ ਭਾਈ ਬਚਿੱਤਰ ਸਿੰਘ ਨੂੰ 100 ਸਿੰਘਾਂ ਦਾ ਜਥਾ ਦੇ ਕੇ ਗੁਰੂ ਸਾਹਿਬ ਜੀ ਮਹਾਰਾਜ ਜੀਆਂ ਨੇ ਭੇਜਿਆ ਸੀ। ਚੱਖੀਆਂ ਪਿੰਡ ਦੀ ਜੂਹ ਦੇ ਵਿੱਚ ਬਾਬਾ ਅਜੀਤ ਸਿੰਘ ਤੇ ਬੁੱਢਾ ਸਿੰਘ, ਔਰ ਦੂਸਰੇ ਕੰਢੇ 'ਤੇ ਭਾਈ ਬਚਿੱਤਰ ਸਿੰਘ, ਬਾਬਾ ਜੀਵਨ ਸਿੰਘ, ਜਿਹੜੇ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਜੀਆਂ ਦਾ ਸੀਸ ਲੈ ਕੇ ਅਨੰਦਪੁਰ ਸਾਹਿਬ ਆਏ ਸਨ। ਬਾਬਾ ਜੀਵਨ ਸਿੰਘ ਅਤੇ ਭਾਈ ਬਜਰ ਦੀ ਬੇਟੀ ਭਿੱਖਾਂ, ਇਹਨਾਂ ਨੇ ਚੱਖੀਆਂ ਪਿੰਡ ਦੇ ਵਿੱਚ
ਜੰਗ ਕੀਤੀ ਹੈ ਅਤੇ ਮਲਕਪੁਰ ਰੰਘਣਾ ਰੋਪੜ ਵਾਲੇ ਪਾਸੇ ਤੋਂ ਜਿਹੜੀਆਂ ਫੌਜਾਂ ਆਈਆਂ ਸਨ ਉਹਨਾਂ ਨੂੰ ਰੋਕਣ ਵਾਸਤੇ ਬਾਬਾ ਬਚਿੱਤਰ ਸਿੰਘ ਜੀਆਂ ਦੀ ਡਿਊਟੀ ਲੱਗੀ ਹੈ। ਦੋ ਪਾਸੇ 'ਤੇ ਜੰਗਾਂ ਹੋ ਰਹੀਆਂ ਨੇ ਔਰ ਜਿਹੜਾ ਬਾਬਾ ਉਦੇ ਸਿੰਘ ਸੀ, ਬਾਬਾ ਉਦੇ ਸਿੰਘ ਨੂੰ ਕਲਗੀਧਰ ਮਹਾਰਾਜ ਜੀਆਂ ਨੇ ਆਪਣੇ ਵਰਗਾ ਜਾਮਾ ਪਹਿਨਾਇਆ ਸੀ। 50 ਸਿੰਘਾਂ ਦਾ ਇਹਨਾਂ ਦੇ ਕੋਲ ਜਥਾ ਸੀ ਅਤੇ ਸਾਰੇ ਸਿੰਘ ਸ਼ਹੀਦ ਹੋ ਗਏ ਜੰਗ ਕਰਦੇ। ਬਾਬਾ ਅਜੀਤ ਸਿੰਘ ਅਤੇ ਬੁੱਢਾ ਸਿੰਘ ਨੂੰ ਅਗਾਹਾਂ ਭੇਜ ਦਿੱਤਾ। ਇੱਥੋਂ ਫਿਰ ਜਿਹੜਾ ਬਾਬਾ ਉਦੇ ਸਿੰਘ ਸੀ, ਭਾਈ ਉਦੇ ਸਿੰਘ ਦਾ ਜਿਹੜਾ ਸੀਸ ਸੀ ਇਹਨਾਂ ਨੇ ਕਲਗੀਧਰ ਮਹਾਰਾਜ ਸਮਝ ਕੇ ਕੱਟ ਲਿਆ ਅਤੇ ਉਹਨੂੰ ਸਰਹੰਦ ਭੇਜ ਦਿੱਤਾ ਗਿਆ, ਕਿਉਂਕਿ ਸ਼ਾਹੀ ਇਮਾਮ ਇਸ ਤਾਂਘ ਦੇ ਵਿੱਚ ਸਨ ਕਿ ਕਦੋਂ ਕਲਗੀਧਰ ਮਹਾਰਾਜ ਜੀਆਂ ਦਾ ਸੀਸ ਮਿਲੇ ਅਤੇ ਕਦੋਂ ਅਸੀਂ ਵੱਡੇ ਵੱਡੇ ਜਿਹੜੇ ਹੈ ਜਗੀਰਾਂ ਦੇ ਮਾਲਕ ਬਣੀਏ। ਵੱਡੀਆਂ ਵੱਡੀਆਂ ਜਗੀਰਾਂ ਉਹਨਾਂ ਸਮਿਆਂ ਦੇ ਵਿੱਚ ਇਨਾਮ ਰੱਖਿਆ ਗਿਆ ਸੀ, ਕਿਉਂਕਿ ਸ਼ਾਹੀ ਇਮਾਮ ਮੁਗਲ ਫੌਜਾਂ ਨਹੀਂ ਚਾਹੁੰਦੀਆਂ ਸਨ ਕਿ ਕੋਈ ਸਾਡੇ ਬਰਾਬਰ ਕੋਈ ਟੱਕਰ ਲੈਣ ਵਾਲਾ ਹੋਵੇ। ਕਲਗੀਧਰ ਮਹਾਰਾਜ ਜੀਆਂ ਨੇ ਇੱਧਰੇ ਪਾਸੇ ਦੂਸਰੇ ਪਾਸੇ ਜਿਹੜੀਆਂ ਰੋਪੜ ਤੋਂ ਫੌਜਾਂ ਆ ਰਹੀਆਂ ਸਨ ਉਹਦੀ ਬਾਬਾ ਬਚਿੱਤਰ ਸਿੰਘ ਜੀ, ਔਰ ਬਾਬਾ ਬਚਿੱਤਰ ਸਿੰਘ ਜੀ ਅਨੇਕਾਂ ਫੱਟ ਖਾ ਕੇ ਇੱਥੇ ਸ਼ਹੀਦ ਨਹੀਂ ਹੋਏ, ਅਨੇਕਾਂ ਫੱਟ ਲੱਗੇ ਹੋਏ ਨੇ। ਕਲਗੀਧਰ ਮਹਾਰਾਜ ਜੀ ਦੋਨੇ ਪਾਸੇ ਸਰਸਾ ਦੇ ਕੰਢਿਆਂ 'ਤੇ ਜੰਗ ਹੁੰਦੀ ਹੈ ਅਤੇ ਵਿਚਕਾਰ ਦੇ ਕਲਗੀਧਰ ਮਹਾਰਾਜ ਜੀਆਂ ਦਾ ਸਮੇਤ ਪਰਿਵਾਰ ਔਰ ਤਕਰੀਬਨ 200-300 ਸਿੰਘ ਨਾਲ ਹੈ ਕਲਗੀਧਰ ਮਹਾਰਾਜ ਜੀਆਂ ਦੇ। ਜਦੋਂ ਸਰਸਾ ਦੇ ਵਿੱਚ ਦੀ ਕਲਗੀਧਰ ਮਹਾਰਾਜ ਜੀਆਂ ਨੇ ਆਪਣੇ ਘੋੜੇ ਵਾੜ ਦਿੱਤੇ ਨੇ, ਔਰ ਸਰਸਾ ਵੀ ਉਹਨਾਂ ਦਿਨਾਂ ਦੇ ਵਿੱਚ ਬੜੀ ਭਰੀ ਵਗਦੀ ਸੀ ਔਰ ਬੜੀ ਤੇਜ਼ ਵਗਦੀ ਸੀ। ਕਲਗੀਧਰ ਮਹਾਰਾਜ ਜੀਆਂ ਨੇ ਆਪਣੇ ਸਿੰਘਾਂ ਸਮੇਤ ਘੋੜੇ ਸਰਸਾ ਦੇ ਅੰਦਰ ਮਾਤਾ ਗੁਜਰੀ ਜੀ ਔਰ ਛੋਟੇ ਸਾਹਿਬਜ਼ਾਦੇ, ਵੱਡੇ ਸਾਹਿਬਜ਼ਾਦੇ ਮਹਾਰਾਜ ਜੀਆਂ ਦੇ ਸਮੂਹ ਸਿੰਘ 200-300 ਦਾ ਜਥਾ ਜਿਹੜੇ ਸੀ ਉਹ ਸਰਸਾ ਦੇ ਵਿੱਚ ਘੋੜੇ ਵਾੜ ਦਿੱਤੇ ਨੇ ਕਿ ਚਲੋ ਹੁਣ ਸਰਸਾ ਨੂੰ ਪਾਰ ਕਰਕੇ ਅਗਾਹਾਂ ਵੱਲ ਦੇਖਾਂਗੇ ਕਿ ਅਕਾਲ ਪੁਰਖ ਕਿੱਧਰ ਲੈ ਕੇ ਜਾਂਦੇ ਨੇ। ਸਰਸਾ ਦੇ ਵਿੱਚ ਜਦ ਘੋੜੇ ਵਾੜੇ ਤੇ ਬੜਾ ਪਾਣੀ ਤੇਜ਼ ਤੇ ਬੜਾ ਠੰਡਾ ਪਾਣੀ ਸੀ। ਸਰਸਾ ਦੇ ਪ੍ਰਤੀ ਵੀ ਗੁਰੂ ਕਲਗੀਧਰ ਮਹਾਰਾਜ ਜੀਆਂ ਨੇ ਜਿਸ ਤਰ੍ਹਾਂ ਕਲਗੀਧਰ ਮਹਾਰਾਜ ਨੇ ਘੋੜੇ ਵਾੜੇ ਸਨ, ਅੱਜ ਵੀ ਉਹਨਾਂ ਜਗ੍ਹਾ ਦੇ ਉੱਪਰ ਦੀ ਨਗਰ ਕੀਰਤਨ ਸਰਸਾ ਦੇ ਵਿੱਚ ਦੀ ਉਂਝ ਹੀ ਲੰਘਦਾ ਹੈ। ਉੱਥੋਂ ਦੀ ਸਿੱਖ ਸੰਗਤਾਂ ਗੁਰੂ ਸਾਹਿਬ ਜੀ ਮਹਾਰਾਜ ਜੀ ਦੀਆਂ ਉਸ ਸੀਨ ਨੂੰ ਬੜਾ ਚੇਤੇ ਕਰਦੀਆਂ ਨੇ ਉਸ ਦਿਨ 'ਤੇ ਆ ਕੇ। ਗੁਰੂ ਕਲਗੀਧਰ ਮਹਾਰਾਜ ਜੀਆਂ ਨੇ ਇੱਧਰੋਂ ਸਰਸਾ ਦੇ ਵਿੱਚ ਅਤੇ ਦੂਸਰੇ ਪਾਸੇ ਜਦੋਂ ਇਹ ਸਰਸਾ ਦੇ ਵਿੱਚ ਇਤਨਾ ਪਾਣੀ ਸੀ, ਤਕਰੀਬਨ 200-300 ਸਿੰਘ ਸਰਸਾ ਪਾਰ ਕਰਦੇ ਸਨ ਕਲਗੀਧਰ ਮਹਾਰਾਜ ਦੇ ਨਾਲ, ਅਤੇ ਜਦੋਂ ਸਰਸਾ ਪਾਰ ਕਰਕੇ ਨਿਕਲੇ ਨੇ ਤਕਰੀਬਨ 100 ਸਿੰਘਾਂ ਦਾ ਜਥਾ ਰਹਿ ਗਿਆ ਸੀ ਕਿ ਮਾਤਾ ਗੁਜਰੀ ਜੀ, ਛੋਟੇ ਸਾਹਿਬਜ਼ਾਦੇ, ਇਹ ਸਾਰੇ ਇੱਕ ਪਾਸੇ ਚਲੇ ਗਏ ਸਨ ਅਤੇ ਸਰਸਾ ਦੇ ਕੰਢੇ 'ਤੇ ਉਹ ਰਾਤ ਸੀ ਜਿਹੜੇ ਕਲਗੀਧਰ ਮਹਾਰਾਜ ਜੀਆਂ ਦੇ ਸਮੂਹ ਪਰਿਵਾਰ ਨੇ ਸਰੀਰਕ ਰੂਪ ਦੇ ਵਿੱਚ ਇੱਕ ਜਗ੍ਹਾ 'ਤੇ ਬੈਠ ਕੇ ਬਿਤਾਈ ਸੀ। ਉਸ ਤੋਂ ਬਾਅਦ ਕਦੇ ਇੱਕ ਜਗ੍ਹਾ 'ਤੇ ਇਕੱਠੇ ਨਹੀਂ ਹੋਏ ਸੀ ਸਰੀਰਕ ਰੂਪ ਦੇ ਵਿੱਚ। ਮਾਤਾ ਗੁਜਰੀ ਛੋਟੇ ਸਾਹਿਬਜ਼ਾਦਿਆਂ ਨੂੰ ਨਾਲ ਲੈ ਕੇ ਇੱਕ ਪਾਸੇ ਨਿਕਲ ਗਏ ਸਨ ਅਤੇ ਕਲਗੀਧਰ ਮਹਾਰਾਜ ਅਤੇ ਵੱਡੇ ਸਾਹਿਬਜ਼ਾਦੇ ਕੁਝ ਕੁ ਸਿੰਘਾਂ ਦਾ 94 ਸਿੰਘਾਂ ਦਾ ਜਥਾ ਉਹ ਇੱਕ ਪਾਸੇ ਨਿਕਲ ਗਏ ਸਨ। ਤੋ ਇਹ ਜਿਹੜੇ ਮਾਤਾ ਗੁਜਰੀ ਜੀ
ਜਿਨ੍ਹਾਂ ਦਾ ਤਕਰੀਬਨ ਚੋਖੇ ਪਿੰਡ ਦੇ ਵੱਲ ਕੁੰਮੇ ਮਾਸਕੀ ਦੇ ਘਰ ਤੱਕ ਮਾਤਾ ਗੁਜਰੀ ਜੀ ਅਤੇ ਛੋਟੇ ਸਾਹਿਬਜ਼ਾਦੇ ਪਹੁੰਚੇ ਨੇ। ਔਰ ਗੁਰੂ ਕਲਗੀਧਰ ਮਹਾਰਾਜ ਜੀ ਜਦੋਂ ਸਰਸਾ ਪਾਰ ਕਰਕੇ ਲੰਘੇ ਨੇ ਤੇ ਸਰਸਾ ਪਾਰ ਕਰਕੇ ਕੁਝ ਚੋੜਵੇਂ ਸਿੰਘਾਂ ਦੇ ਨਾਲ ਕਲਗੀਧਰ ਮਹਾਰਾਜ ਨਿਹੰਗ ਖਾਂ ਦੇ ਘਰ ਪਹੁੰਚੇ ਨੇ। ਜਿਹੜਾ ਨਿਹੰਗ ਖਾਂ ਸੀ, ਇਹਨਾਂ ਦੇ ਵੱਡ ਵਡੇਰੇ ਸੁਲੇਮਾਨ ਖਾਨ, ਅਫਗਾਨ ਖਾਨ, ਸੁਲਤਾਨ ਨਰੰਗ ਖਾਨ, ਛੇਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜੀਆਂ ਤੋਂ ਇਹ ਸਾਰਾ ਪਰਿਵਾਰ ਕਲਗੀਧਰ ਮਹਾਰਾਜੀਆਂ ਦੇ ਅਕਾਲ ਪੁਰਖ ਦੇ ਘਰ ਦੀ ਸੇਵਾ ਕਰਦਾ ਆ ਰਿਹਾ ਸੀ। ਔਰ ਜਿਹੜਾ ਨਿਹੰਗ ਖਾਂ ਸੀ, ਇਹਦੀ ਇੱਕ ਭੂਆ ਸੀ ਉਮਰੀ, ਤੇ ਉਹ ਜਿਹੜੀ ਉਮਰੀ ਸੀ ਉਹਦੇ ਪੁੱਤਰ ਸਨ ਗਣੀ ਖਾਂ ਅਤੇ ਨਵੀ ਖਾਂ, ਜਿਨ੍ਹਾਂ ਨੇ ਕਲਗੀਧਰ ਮਹਾਰਾਜ ਨੂੰ ਉੱਚ ਦਾ ਪੀਰ ਬਣਾ ਕੇ ਕੱਢਿਆ ਸੀ। ਇਹ ਕਲਗੀਧਰ ਮਹਾਰਾਜ ਜੀ ਨਿਹੰਗ ਖਾਂ ਦੇ ਘਰ ਪਹੁੰਚੇ ਨੇ। ਆਓ ਭਗਤ ਕੀਤੀ, ਭਾਵੇਂ ਉਹਨਾਂ ਨੂੰ ਪਤਾ ਸੀ ਪਰ ਫਿਰ ਵੀ, ਕਿਉਂਕਿ ਛੇਵੇਂ ਪਾਤਸ਼ਾਹ ਮਹਾਰਾਜੀਆਂ ਤੋਂ ਲੈ ਕੇ ਇਹਨਾਂ ਦਾ ਪਰਿਵਾਰ ਸੀ ਜਿਹੜਾ ਪਿਛੋਕੜ ਤੋਂ ਲੈ ਕੇ ਅਕਾਲ ਪੁਰਖ ਦੇ ਘਰ ਦੇ ਨਾਲ ਜੁੜਿਆ ਹੋਇਆ ਸੀ। ਭਾਵੇਂ ਇਸ ਨੂੰ ਪਤਾ ਸੀ ਕਿ ਫੌਜਾਂ ਪਿੱਛਾ ਕਰ ਰਹੀਆਂ ਨੇ ਕਲਗੀਧਰ ਮਹਾਰਾਜ ਦਾ, ਫਿਰ ਵੀ ਸਤਿਕਾਰ ਕੀਤਾ। ਤੇ ਇੱਥੇ ਹੀ ਕਲਗੀਧਰ ਮਹਾਰਾਜੀਆਂ ਨੂੰ ਨਿਹੰਗ ਖਾਂ ਦੇ ਘਰ ਪਤਾ ਲੱਗਿਆ ਸੀ ਕਿ ਬਾਬਾ ਬਚਿੱਤਰ ਸਿੰਘ ਨੇ ਜਿਹੜੇ ਉਹ ਫੱਟੜ ਹੋਏ ਪਏ ਨੇ। ਔਰ ਫਿਰ ਕਲਗੀਧਰ ਮਹਾਰਾਜ ਨੂੰ ਜਦੋਂ ਇੱਥੇ ਪਤਾ ਲੱਗਿਆ ਤੇ ਇੱਥੋਂ ਫਿਰ ਆਪਣੇ ਸਪੁੱਤਰ ਬਾਬਾ ਅਜੀਤ ਸਿੰਘ ਨੂੰ ਕਲਗੀਧਰ ਮਹਾਰਾਜ ਨੇ ਭੇਜਿਆ ਸੀ ਕਿ ਤੁਸੀਂ ਜਾਓ, ਬਚਿੱਤਰ ਸਿੰਘ ਦਾ ਜਿੱਥੇ ਵੀ ਸਰੀਰ ਪਿਆ ਉਹਨੂੰ ਤੁਸੀਂ ਚੁੱਕ ਕੇ ਇੱਥੇ ਲੈ ਕੇ ਆਓ। ਬਾਬਾ ਅਜੀਤ ਸਿੰਘ ਗਏ ਨੇ ਬਾਹੋ ਦਾਹੀ ਘੋੜੇ ਤੇ, ਹੁਕਮ ਕਲਗੀਧਰ ਮਹਾਰਾਜ ਦਾ ਸੀ। ਤੇ ਬਾਬਾ ਬਚਿੱਤਰ ਸਿੰਘ ਜਿੱਥੇ ਫੱਟੜ ਹੋਏ ਪਏ ਸਨ, ਇਹਨਾਂ ਦੇ ਸਰੀਰ ਦੇ ਵਿੱਚ ਕੁਝ ਸਵਾਸ ਬਾਕੀ ਨੇ, ਕਿਉਂਕਿ ਬਹੁਤ ਜ਼ਿਆਦਾ ਤੀਰ ਬਾਬਾ ਬਚਿੱਤਰ ਸਿੰਘ ਦੇ ਸਰੀਰ ਨੂੰ ਲੱਗੇ ਹੋਏ ਸਨ। ਬਹੁਤ ਜ਼ਿਆਦਾ ਫੱਟ ਉਹਨਾਂ ਦੇ ਸਰੀਰ ਦੇ ਵਿੱਚ ਪਏ ਹੋਏ ਸਨ। ਸਾਰੇ ਸਰੀਰ ਦਾ ਤਕਰੀਬਨ ਬਹੁਤ ਸਾਰਾ ਖੂਨ ਸੀ ਜਿਹੜਾ ਉਹ ਨਿਕਲ ਚੁੱਕਿਆ ਸੀ, ਕਿਉਂਕਿ ਸਿਰਲੱਥ ਯੋਧੇ ਸਨ ਕਲਗੀਧਰ ਮਹਾਰਾਜੀਆਂ ਦੇ ਘਰ ਦੇ ਬਾਬਾ ਬਚਿੱਤਰ ਸਿੰਘ ਜੀ। ਤੋ ਬਾਬਾ ਬਚਿੱਤਰ ਸਿੰਘ ਜੀਆਂ ਦੇ ਸਰੀਰ ਨੂੰ ਚੁੱਕਿਆ ਬਾਬਾ ਅਜੀਤ ਸਿੰਘ ਜੀਆਂ ਨੇ। ਉਹਨਾਂ ਨੇ ਚੁੱਕ ਕੇ ਘੋੜੇ ਤੇ ਲੱਦ ਕੇ ਤੇ ਨਿਹੰਗ ਖਾਂ ਦੇ ਘਰ ਜਿੱਥੇ ਕਲਗੀਧਰ ਮਹਾਰਾਜ ਬੈਠੇ ਸਨ ਉੱਥੇ ਬਾਬਾ ਬਚਿੱਤਰ ਸਿੰਘ ਜੀਆਂ ਦੇ ਸਰੀਰ ਨੂੰ ਲਿਆਂਦਾ ਸੀ। ਉੱਥੇ ਲਿਆ ਕੇ ਕਲਗੀਧਰ ਮਹਾਰਾਜ ਜੀਆਂ ਨੇ ਜਿਹੜੇ ਇਹ ਨਿਹੰਗ ਖਾਂ ਸੀ ਉਹਨਾਂ ਦੇ ਘਰੇ ਸਰੀਰ ਰੱਖ ਦਿੱਤਾ ਸੀ, ਕਿਉਂਕਿ ਕਲਗੀਧਰ ਮਹਾਰਾਜ ਜੀ ਉਹਨਾਂ ਦੀ ਆਪਣੀ ਇੱਛਾ ਸੀ ਕਿ ਉਹਨਾਂ ਨੇ ਚਮਕੌਰ ਦੀ ਗੜੀ ਦੇ ਵਿੱਚ ਜਾਣਾ ਸੀ। ਆਪਣੀ ਇੱਛਾ ਸੀ ਉਹਨਾਂ ਦੀ, ਕਾਰਨ ਕਿਉਂਕਿ ਕਲਗੀਧਰ ਮਹਾਰਾਜ ਇਸ ਇਲਾਕੇ ਦੇ ਲੋਕਾਂ ਤੋਂ ਚੰਗੀ ਤਰ੍ਹਾਂ ਜਾਣੂ ਸਨ। ਪਹਿਲਾਂ ਵੀ ਜਦੋਂ ਹਰਿਦੁਆਰ ਤੋਂ ਸਾਹਿਬ ਤੋਂ ਅਨੰਦਪੁਰ ਸਾਹਿਬ ਕਲਗੀਧਰ ਮਹਾਰਾਜ ਆਏ ਨੇ, ਉਸ ਵਕਤ ਵੀ ਚਮਕੌਰ ਦੀ ਗੜੀ ਦੇ ਵਿੱਚ ਗੁਰੂ ਸਾਹਿਬ ਜੀ ਮਹਾਰਾਜ ਗਏ ਸਨ ਜਾਂਦੇ ਜਾਂਦੇ। ਤੇ ਅਲਫ ਖਾਂ ਨੇ ਇੱਥੇ ਹੀ ਕਲਗੀਧਰ ਮਹਾਰਾਜ ਤੇ ਹਮਲਾ ਕੀਤਾ ਸੀਗਾ, ਪਹਿਲਾਂ ਵੀ ਚਮਕੌਰ ਦੀ ਗੜੀ ਦੇ ਕੋਲ ਅਲਫ ਖਾਂ ਨੇ ਜਦੋਂ ਹਮਲਾ ਕੀਤਾ ਸੀ। ਤੋ ਕਲਗੀਧਰ ਮਹਾਰਾਜ ਨੂੰ ਉਸ ਗੜੀ ਦਾ ਪਤਾ ਸੀ ਕਿ ਨਗਰ ਤੋਂ ਬਾਹਰ ਵਾਲੇ ਪਾਸੇ ਹੈ ਉੱਚੀ ਗੜੀ ਹੈ, ਤੋ ਕਲਗੀਧਰ ਮਹਾਰਾਜ ਉੱਥੇ ਜਾਣਾ ਚਾਹੁੰਦੇ ਸਨ। ਗੁਰੂ ਕਲਗੀਧਰ ਮਹਾਰਾਜ ਨੇ ਨਿਹੰਗ ਖਾਂ ਨੂੰ ਸੇਵਾ ਸੌਂਪੀ। ਕਹਿਣ ਲੱਗੇ, ਨਿਹੰਗ ਖਾਂ ਜੀ
ਹੁਣ ਇਹ ਭਾਈ ਬਚਿੱਤਰ ਸਿੰਘ ਦਾ ਜਿਹੜਾ ਸਰੀਰ ਹੈ ਇਹ ਹੁਣ ਚੱਲੇਗਾ ਨਹੀਂ, ਤੋ ਇਹਨਾਂ ਨੂੰ ਤੁਸੀਂ ਆਪਣੇ ਘਰ ਦੇ ਵਿੱਚ ਹੀ ਰੱਖ ਕੇ ਇਹਨਾਂ ਦੀ ਸੇਵਾ ਕਰੋ। ਬਾਬਾ ਬਚਿੱਤਰ ਸਿੰਘ ਜੀਆਂ ਨੂੰ। ਤੋ ਨਿਹੰਗ ਖਾਂ ਦਾ ਜਿਹੜਾ ਪਰਿਵਾਰ ਸੀ ਉਹ ਕਹਿਣ ਲੱਗੇ ਮਹਾਰਾਜ ਜੋ ਤੁਹਾਡਾ ਹੁਕਮ ਹੈ, ਕਿਉਂਕਿ ਉੱਤੇ ਹੁਕਮ ਦੇ ਵੱਜੇ ਹੋਏ ਸਨ। ਕਲਗੀਧਰ ਮਹਾਰਾਜ ਨੇ ਸੇਵਾ ਸੌਂਪ ਕੇ ਆਪ ਗੁਰੂ ਸਾਹਿਬ ਜੀ ਮਹਾਰਾਜ ਬੜੂ ਮਾਜਰੇ ਵਿੱਚ ਦੀ ਹੁੰਦੇ ਹੋਏ ਚਮਕੌਰ ਦੀ ਗੜੀ ਕੋਲ ਪਹੁੰਚੇ ਨੇ। ਇਹ ਭਾਈ ਬਚਿੱਤਰ ਸਿੰਘ ਦੀ ਸੇਵਾ ਕਰਦੇ ਰਹੇ, ਕਿਉਂਕਿ ਬੇਅੰਤ ਉਹਨਾਂ ਦੇ ਉਹਨਾਂ ਸਮਿਆਂ ਦੇ ਵਿੱਚ ਇੱਕ ਤੇ ਮੌਕੇ ਦੀ ਹਕੂਮਤ ਸੀ ਜਿਹੜੇ ਉਹ ਸਾਰੀ ਦੀਆਂ ਸਾਰੀਆਂ ਫੌਜਾਂ ਮਗਰ ਲੱਗੀਆਂ ਸਨ। ਤਾਂ ਉਹਨਾਂ ਸਮਿਆਂ ਦੇ ਵਿੱਚ ਕੋਈ ਡਾਕਟਰ, ਕੋਈ ਵੈਦ, ਹਕੀਮ ਐਸਾ ਨਹੀਂ ਸੀ ਜਿਹਨੂੰ ਬੁਲਾ ਕੇ ਭਾਈ ਬਚਿੱਤਰ ਸਿੰਘ ਦਾ ਇਲਾਜ ਕਰਵਾਇਆ ਜਾਵੇ, ਕਿਉਂਕਿ ਜਿਹੜਾ ਇਲਾਜ ਕਰਨ ਵਾਸਤੇ ਆਉਂਦਾ ਸੀ ਉਹ ਵੀ ਕਈ ਵਾਰੀ ਐਸਾ ਕਰ ਜਾਂਦੇ ਸਨ ਕਿ ਜਿਹਦਾ ਇਲਾਜ ਕੀਤਾ ਉਹਦੇ ਬਾਰੇ ਅਗਾਹਾਂ ਜਾ ਕੇ CID ਦੇ ਦਿੰਦੇ ਸਨ। ਕਿਉਂਕਿ ਉਹਨਾਂ ਸਮਿਆਂ ਦੇ ਵਿੱਚ ਕਲਗੀਧਰ ਮਹਾਰਾਜ ਦਾ ਪਤਾ ਦੱਸਣ ਵਾਸਤੇ, ਕਲਗੀਧਰ ਮਹਾਰਾਜ ਦਾ ਰਸਤਾ ਦੱਸਣ ਵਾਸਤੇ, ਕਲਗੀਧਰ ਮਹਾਰਾਜ ਦੇ ਸਾਹਿਬਜ਼ਾਦਿਆਂ ਦੇ ਪਰਿਵਾਰ ਦੀ ਕੋਈ ਵੀ ਇੱਕ ਗੱਲ ਦੱਸਣ ਵਾਸਤੇ ਮੁਗਲ ਸਰਕਾਰਾਂ ਨੇ ਬਹੁਤ ਵੱਡੇ ਵੱਡੇ ਇਨਾਮ ਰੱਖੇ ਸਨ। ਤੋ ਕਲਗੀਧਰ ਮਹਾਰਾਜ ਜੀ ਕਹਿਣ ਲੱਗੇ, ਕਹਿੰਦੇ ਹੁਣ ਕੋਈ ਵੈਦ ਹਕੀਮ ਇੱਥੇ ਬੁਲਾ ਕੇ ਭਾਈ ਬਚਿੱਤਰ ਸਿੰਘ ਦਾ ਇਲਾਜ ਨਹੀਂ ਕਰਵਾ ਸਕਦੇ। ਨਿਹੰਗ ਖਾਂ ਨੂੰ, ਉਹਨਾਂ ਦੇ ਸਮੂਹ ਪਰਿਵਾਰ ਨੂੰ ਭਾਈ ਬਚਿੱਤਰ ਸਿੰਘ ਜੀਆਂ ਦੀ ਸੇਵਾ ਸੌਂਪੀ ਗਈ ਸੀ। ਔਰ ਗਜਬ ਦੀ ਗੱਲ ਹੈ, ਕਮਾਲ ਦੀ ਗੱਲ ਹੈ ਕਿ ਜਦੋਂ ਭਾਈ ਬਚਿੱਤਰ ਸਿੰਘ ਜੀਆਂ ਦੇ ਸਰੀਰ ਤੇ ਉਹ ਕੋਈ ਚਾਦਰ ਪਾਉਂਦੇ ਸਨ, ਉਸ ਵਕਤ ਹੀ ਉਹ ਖੂਨ ਦੇ ਨਾਲ ਲੱਥਪੱਥ ਹੋ ਜਾਂਦੀ ਸੀ, ਕਿਉਂਕਿ ਸਾਰੇ ਸਰੀਰ ਤੇ ਤਕਰੀਬਨ ਬਹੁਤ ਜ਼ਿਆਦਾ ਫੱਟ ਲੱਗੇ ਹੋਏ ਸਨ ਬਾਬਾ ਬਚਿੱਤਰ ਸਿੰਘ ਦੇ। ਸਾਰੇ ਦਾ ਸਾਰਾ ਸਰੀਰ ਬਿੰਨਿਆ ਪਿਆ ਸੀ। ਕਲਗੀਧਰ ਮਹਾਰਾਜ ਜੀਆਂ ਦੇ ਜਿਹੜੇ ਸਿੰਘ ਮਹਾਰਾਜ ਜੀਆਂ ਦੇ ਹੋਏ ਨੇ ਉਹ ਕੋਈ 1-2 ਫੱਟ ਖਾ ਕੇ ਸ਼ਹੀਦ ਹੋਣ ਵਾਲੇ ਸਿੰਘ ਨਹੀਂ ਸਨ, ਬਹੁਤ ਜ਼ਿਆਦਾ ਫੱਟ ਲੱਗਦੇ ਸਨ, ਫਿਰ ਕਦੇ ਸ਼ਹੀਦੀ ਪਾਉਂਦੇ ਸਨ। ਜਦ ਚਾਦਰ ਪਾਇਆ ਕਰਨ ਤੇ ਉਹ ਚਾਦਰ ਸੀ ਜਿਹੜੀ ਖੂਨ ਦੇ ਨਾਲ ਲੱਥਪੱਥ ਹੋ ਜਾ ਕਰੇ। ਸਵਾਸ ਚੱਲਦੇ ਨੇ ਬਾਬਾ ਬਚਿੱਤਰ ਸਿੰਘ ਜੀਆਂ ਦੇ। ਨਿਹੰਗ ਖਾਂ ਜਦ ਚਾਦਰ ਖੂਨ ਦੇ ਨਾਲ ਲਿਬੜ ਜਾ ਕਰੇ ਤੇ ਹੋਰ ਚਾਦਰ ਪਾ ਦਿਆ ਕਰਨ, ਉਹ ਵੀ ਖੂਨ ਦੇ ਨਾਲ ਲੱਥਪੱਥ ਕਾ ਜਾ ਕਰੇ, ਉਹ ਵੀ ਪਾ ਦਿਆ ਕਰਨ। ਇੰਜ ਕਰਦੇ ਕਰਦੇ ਬਹੁਤ ਵੱਡੀ ਤਾਦਾਦ ਦੇ ਵਿੱਚ ਉਹਨਾਂ ਨੇ ਆਪਣੇ ਜਿਹੜੇ ਪਰਿਵਾਰ ਦੇ ਜਿੰਨਾ ਸਾਜੋ ਸਮਾਨ ਸੀ ਭਾਈ ਬਚਿੱਤਰ ਸਿੰਘ ਜੀਆਂ ਦੀ ਸੇਵਾ ਵਾਸਤੇ ਲਾ ਦਿੱਤਾ ਸੀ, ਕਿ ਜਿਹੜੀ ਕਲਗੀਧਰ ਮਹਾਰਾਜ ਜੀਆਂ ਨੇ ਸਾਨੂੰ ਸੇਵਾ ਸੌਂਪੀ ਹੈ, ਇਸ ਸੇਵਾ ਦੇ ਵਿੱਚ ਇਹ ਸੇਵਾ ਵੱਧ ਤੋਂ ਵੱਧ ਕਰਨੀ ਹੈ, ਰੀਝ ਦੇ ਨਾਲ ਕਰਨੀ ਹੈ, ਕਿਉਂਕਿ ਸਾਡੇ ਵੱਡ ਵਡੇਰੇ ਇਸ ਘਰ ਦੀ ਸੇਵਾ ਪੁਰਾਤਨ ਸਮੇਂ ਤੋਂ ਲੈ ਕੇ ਕਰਦੇ ਆਏ ਸਨ। ਤੋ ਕਲਗੀਧਰ ਮਹਾਰਾਜ ਜੀ ਇੱਥੋਂ ਨਿਹੰਗ ਖਾਂ ਦੇ ਘਰੋਂ ਨਿਕਲੇ ਨੇ। ਇਹਨਾਂ ਕੁਝ ਨਗਰਾਂ ਵਿੱਚ ਦੇ ਹੁੰਦੇ ਹੋਏ ਕਲਗੀਧਰ ਮਹਾਰਾਜ ਜੀਆਂ ਨੇ ਜਾ ਕੇ ਬੁੱਧੀ ਚੰਦ ਅਤੇ ਗਰੀਬ ਚੰਦ ਇਹਨਾਂ ਦੋਨੇ ਭਰਾਵਾਂ ਨੂੰ ਸੁਨੇਹਾ ਦਿੱਤਾ ਹੈ। ਕਹਿਣ ਲੱਗੇ ਅਸੀਂ ਰਹਿਣਾ ਚਾਹੁੰਦੇ ਹਾਂ। ਕਹਿਣ ਲੱਗੇ ਕਲਗੀਧਰ ਮਹਾਰਾਜ ਜੀ ਤੁਸੀਂ ਸਾਡੇ ਘਰ ਦੇ ਵਿੱਚ ਰਹੋ। ਤੋ ਕਲਗੀਧਰ ਮਹਾਰਾਜ ਨੂੰ ਜਦ ਇਹ ਗੱਲ ਕਹੀ ਤੇ ਕਲਗੀਧਰ ਮਹਾਰਾਜ ਜੀ ਕਹਿਣ ਲੱਗੇ ਸਾਡਾ ਮੁਗਲ ਸਰਕਾਰਾਂ ਪਿੱਛਾ ਕਰ ਰਹੀਆਂ ਨੇ, ਜੇ ਅਸੀਂ ਤੁਹਾਡੇ ਘਰ ਦੇ ਵਿੱਚ ਰਹੇ ਉਹਨਾਂ ਨੂੰ ਪਤਾ ਲੱਗ ਜਾਣਾ ਹੈ ਤੇ ਤੁਹਾਡੇ ਪਰਿਵਾਰ ਨੂੰ ਜਿਹੜਾ ਹੈ ਉਹਨਾਂ ਨੇ ਅਨੇਕਾਂ ਤਰ੍ਹਾਂ ਦੇ ਤਸੀਹੇ ਦੇਣੇ ਨੇ। ਸੋ ਅਸੀਂ ਨਹੀਂ ਚਾਹੁੰਦੇ ਕਿ ਸਾਡੇ ਕਾਰਨ ਕਰਕੇ ਤੁਹਾਡੇ ਪਰਿਵਾਰ ਨੂੰ ਤਸੀਹੇ ਮਿਲਣ। ਚਲੋ ਤੁਸੀਂ ਇੰਨੀ ਖੇਚਲ ਕਰੋ ਕਿ ਜਿਹੜੀ ਬਾਹਰ ਗੜੀ ਹੈ ਪਿੰਡ ਤੋਂ ਉਹ ਗੜੀ ਸਾਨੂੰ ਦੇ ਦਿਓ, ਉਹ ਗੜੀ ਦੇ ਦਿਓ ਸਾਨੂੰ। ਇਤਿਹਾਸਕਾਰਾਂ ਨੇ ਬੁੱਧੀ ਚੰਦ ਤੇ ਗਰੀਬ ਚੰਦ ਦੋ ਨਾਮ ਲਿਖੇ ਨੇ, ਦੋ ਨੇ ਸਕੇ ਭਰਾ ਸੀ। ਉਹ ਕਹਿਣ ਲੱਗੇ ਮਹਾਰਾਜ ਜਿਵੇਂ ਤੁਹਾਡੀ ਇੱਛਾ ਹੈ ਉਹ ਦੇ ਦਿੰਦੇ ਆ। ਤੋ ਕਹਿਣ ਲੱਗੇ ਮਹਾਰਾਜ ਠੀਕ ਹੈ। ਤੋ ਕਲਗੀਧਰ ਮਹਾਰਾਜ ਜਦੋਂ ਚਮਕੌਰ ਦੀ ਗੜੀ ਦੇ ਵਿੱਚ ਵੜਦੇ ਨੇ, ਕੁਝ ਸਿੰਘਾਂ ਦਾ ਜਥਾ ਕਲਗੀਧਰ ਮਹਾਰਾਜ ਜੀਆਂ ਦੇ ਕੋਲ ਚਮਕੌਰ ਦੀ ਗੜੀ ਦੇ ਵਿੱਚ ਵੜਨ ਲੱਗਿਆਂ ਗੁਰੂ ਸਾਹਿਬ ਜੀ ਮਹਾਰਾਜ ਜੀਆਂ ਨੇ ਉਥੋਂ ਕੁਝ ਮਿੱਟੀ ਚੁੱਕੀ ਹੈ ਆਪਣੇ ਹੱਥ ਦੇ ਵਿੱਚ, ਹਥੇਲੀ ਤੇ ਰੱਖ ਕੇ ਕਲਗੀਧਰ ਮਹਾਰਾਜ ਉਸ ਤੇ ਫੂਕ ਮਾਰ ਕੇ ਉਡਾਉਂਦੇ ਨੇ ਮਿੱਟੀ ਨੂੰ।
ਤੇ ਨਾਲ ਦੇ ਸਿੰਘਾਂ ਨੇ ਪੁੱਛਿਆ, ਮਹਾਰਾਜ ਇਹ ਕੁਝ ਅਸੀਂ ਸਮਝੇ ਨਹੀਂ। ਕਲਗੀਧਰ ਮਹਾਰਾਜ ਜੀ ਕਹਿਣ ਲੱਗੇ, ਐ ਸਿੰਘੋ, ਅੱਜ ਇਸ ਗੜੀ ਦੇ ਨਾਲ ਵਾਅਦਾ ਕਰਦੇ ਹਾਂ ਕਿ ਜਿਹੜਾ ਇਸ ਗੜੀ ਦੇ ਵਿੱਚ ਰਹਿ ਕੇ ਇੱਕ ਬਹੁਤ ਵੱਡਾ ਇਤਿਹਾਸ ਲਿਖਿਆ ਜਾਣਾ, ਦੁਨੀਆ ਦੇ ਕਿਸੇ ਵੀ ਕੋਨੇ ਤੇ ਐਸਾ ਇਤਿਹਾਸ ਨਹੀਂ ਲਿਖਿਆ ਜਾਊਗਾ। ਜੋ ਕੁਛ ਇਸ ਗੜੀ ਦੇ ਵਿੱਚ ਰਹਿ ਕੇ ਇਤਿਹਾਸ ਲਿਖਿਆ ਜਾਣਾ ਨਾ, ਦੁਨੀਆ ਦੇ ਕਿਸੇ ਵੀ ਕੋਨੇ ਤੇ ਐਸਾ ਇਤਿਹਾਸ ਨਹੀਂ ਲਿਖਿਆ ਜਾਊਗਾ। ਇੱਥੋਂ ਸਪਸ਼ਟ ਹੈ ਕਿ ਕਲਗੀਧਰ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਪਤਾ ਸੀ ਕਿ ਇਹੋ ਹੀ ਚਮਕੌਰ ਦੀ ਗੜੀ ਹੈ ਜਿੱਥੇ ਸਾਡੇ 2 ਸਾਹਿਬਜ਼ਾਦੇ ਸ਼ਹੀਦ ਹੋਣੇ ਨੇ। ਪਤਾ ਸੀ ਪਹਿਲੇ। ਇਸ ਗੱਲ ਦਾ ਪਤਾ ਗੁਰੂ ਕਲਗੀਧਰ ਮਹਾਰਾਜ ਜੀਆਂ ਨੂੰ ਆਨੰਦਪੁਰ ਸਾਹਿਬ ਦੇ ਵਿੱਚ ਵੀ ਲੱਗ ਗਿਆ ਸੀ। ਮਾਤਾ ਜੀਤਾ ਨੇ ਰਾਤ ਦੇ ਸੁਪਨੇ ਦੇ ਵਿੱਚ ਤੱਕਿਆ ਸਾਰਾ ਕੁਝ। ਕਲਗੀਧਰ ਮਹਾਰਾਜ ਨੂੰ ਸੁਬਾਹ ਉੱਠਦਿਆਂ ਹੀ ਦੱਸਣ ਲੱਗੇ ਹੈ ਮਾਤਾ ਜੀਤਾ ਗੁਰੂ ਸਾਹਿਬ ਜੀ ਮਹਾਰਾਜ ਜੀਆਂ ਦੇ ਮਹਿਲ ਕਿ ਇਹ ਕਲਗੀਧਰ, ਰਾਤੀ ਮੈਂ ਸੁਪਨੇ ਦੇ ਵਿੱਚ ਦੇਖਿਆ ਕਿ ਆਪਾਂ ਆਨੰਦਪੁਰ ਸਾਹਿਬ ਨੂੰ ਛੱਡ ਦਿੱਤਾ ਹੈ, ਸ਼ਾਹੀ ਲਸ਼ਕਰ ਸਭ ਚਲਿਆ ਗਿਆ। 2 ਸਾਹਿਬਜ਼ਾਦੇ ਤੁਹਾਡੇ ਨਾਲ ਨੇ, 2 ਮਾਤਾ ਗੁਜਰੀ ਦੇ ਨਾਲ ਨੇ। 2 ਸਾਹਿਬਜ਼ਾਦੇ ਤੇ ਮੈਂ ਦੇਖੇ ਨੇ ਕਿ ਚਮਕੌਰ ਦੀ ਗੜੀ ਵਿੱਚ ਸ਼ਹੀਦ ਹੋ ਗਏ ਨੇ। 2 ਸਾਹਿਬਜ਼ਾਦੇ ਮੈਂ ਦੇਖੇ ਨੇ ਰਾਤੀ ਸੁਪਨੇ ਦੇ ਵਿੱਚ ਕਿ ਉਹ ਸਰਹੰਦ ਦੀਆਂ ਦੀਵਾਰਾਂ ਦੇ ਵਿੱਚ ਜਿਉਂਦਿਆਂ ਨੂੰ ਉਹਨਾਂ ਨੂੰ ਚਿਣ ਕੇ ਸ਼ਹੀਦ ਕੀਤਾ ਗਿਆ ਹੈ। ਮਹਾਰਾਜ ਇਹ ਸੁਪਨਾ ਰਾਤੀ ਮੈਂ ਤੱਕਿਆ ਹੈ। ਗੁਰੂ ਕਲਗੀਧਰ ਮਹਾਰਾਜ ਜੀਆਂ ਨੇ ਕਹਿ ਦਿੱਤਾ, ਐ ਜੀਤਾ, ਕਹਿੰਦੇ ਜਿੰਨਾ ਕੁਝ ਤੂੰ ਦੇਖਿਆ ਸੁਪਨੇ ਦੇ ਵਿੱਚ, ਇਹ ਸਾਰੇ ਦਾ ਸਾਰਾ ਸੀਨ ਜਿਹੜਾ ਤੂੰ ਸੁਪਨੇ ਦੇ ਵਿੱਚ ਤੱਕਿਆ ਹੈ, ਇਹ ਸਾਰੇ ਦਾ ਸਾਰਾ ਸੀਨ ਇਸ ਧਰਤੀ ਤੇ ਹਕੀਕਤ ਦੇ ਰੂਪ ਦੇ ਵਿੱਚ ਬਦਲੇਗਾ। ਜੋ ਕੁਛ ਤੂੰ ਸਾਨੂੰ ਦੱਸਿਆ ਹੈ ਇਹ ਸਾਰਾ ਕੁਝ ਇਸ ਧਰਤੀ ਤੇ ਹੋਵੇਗਾ। ਮਹਾਰਾਜ ਹੋਵੇਗਾ। ਬਾਬਾ ਫਤਿਹ ਸਿੰਘ ਦੀ ਉਸ ਵਕਤ ਬਹੁਤ ਜ਼ਿਆਦਾ ਛੋਟੀ ਉਮਰ ਸੀ। ਬਾਬਾ ਫਤਿਹ ਸਿੰਘ ਮਾਤਾ ਗੁਜਰੀ ਜੀਆਂ ਦੀ ਝੋਲੀ ਦੇ ਵਿੱਚ ਪਾ ਕੇ ਤੇ ਮਾਤਾ ਜੀਤਾ ਨੇ ਕਹਿ ਦਿੱਤਾ ਸੀ, ਮਾਤਾ ਜੀ ਇਸ ਫਤਿਹ ਸਿੰਘ ਨੂੰ ਹੁਣ ਤੁਸੀਂ ਆਪੇ ਪਾਲ ਲਿਓ। ਹੁਣ ਮੈਂ ਇਹ ਸੀਨ ਆ ਜਿਹੜਾ ਜੋ ਤੱਕਿਆ, ਜੋ ਕਲਗੀਧਰ ਮਹਾਰਾਜ ਨੇ ਬਚਨ ਕੀਤੇ ਨੇ, ਇਹ ਸਾਰਾ ਕੁਝ ਮੈਂ ਤੱਕ ਲਿਆ। ਤੇ ਉਹਨਾਂ ਨੇ 10 ਦਵਾਰ ਸਵਾਲ ਚੜਾ ਕੇ ਆਪਣੇ ਸਰੀਰ ਦਾ ਪਰਿਤਿਆਗ ਕਰ ਦਿੱਤਾ ਸੀ ਆਨੰਦਪੁਰ ਸਾਹਿਬ ਦੀ ਧਰਤੀ ਤੇ। ਗੁਰੂ ਕਲਗੀਧਰ ਮਹਾਰਾਜ ਜੀਆਂ ਨੇ ਕਹਿ ਦਿੱਤਾ ਸੀ, ਜੀਤਾ ਇਹ ਸਭ ਕੁਝ ਹੋਵੇਗਾ। ਤੋ ਕਲਗੀਧਰ ਮਹਾਰਾਜ ਜਦ ਚਮਕੌਰ ਦੀ ਗੜੀ ਵਿੱਚ ਵੜਦੇ ਨੇ ਤੇ ਗੜੀ ਦੇ ਨਾਲ ਇਹ ਵਾਅਦਾ ਕਰਦੇ ਨੇ, ਕੱਚੀ ਗੜੀ ਦੇ ਨਾਲ, ਕਿਉਂਕਿ ਬੁੱਧੀ ਚੰਦ ਤੇ ਗਰੀਬ ਚੰਦ ਨੂੰ ਇਹ ਵਚਨ ਕੀਤਾ ਸੀ, ਕਹਿੰਦੇ ਜੇ ਤੁਹਾਨੂੰ ਕੋਈ ਪੁੱਛੇ ਕਿ ਤੁਸੀਂ ਗੜੀ ਦਿੱਤੀ ਹੈ ਤੇ ਤੁਸੀਂ ਇਹ ਕਹਿ ਦੇਣਾ ਸਾਡੇ ਕਾਰਨ ਕਰਕੇ ਤੇਰੇ ਪਰਿਵਾਰ ਤੇ ਕੋਈ ਆਂਚ ਨਾ ਆਵੇ। ਤੁਸੀਂ ਕਹਿ ਦੇਣਾ ਕਿ ਅਸੀਂ ਗੜੀ ਦਿੱਤੀ ਨਹੀਂ, ਸਾਡੇ ਜਬਰੀ ਧੱਕੇ ਦੇ ਨਾਲ ਸਾਡੀ ਗੜੀ ਦੇ ਵਿੱਚ ਬੜੇ ਨੇ। ਕਲਗੀਧਰ ਮਹਾਰਾਜ ਆਪਣੇ ਪਿਆਰ ਕਰਨ ਵਾਲਿਆਂ ਨੂੰ ਬੜਾ ਬਚਾਉਂਦੇ ਨੇ ਤਾਂ ਕਿ ਸ਼ਾਹੀ ਮੁਗਲ ਸਰਕਾਰਾਂ ਤੇਰੇ ਪਰਿਵਾਰ ਤੇ ਕੋਈ ਆਂਚ ਨਾ ਆਵੇ, ਉਹ ਤੇਰੇ ਪਰਿਵਾਰ ਦੇ ਮਗਰ ਨਾ ਲੱਗ ਜਾਣ। ਤੋ ਕਲਗੀਧਰ ਮਹਾਰਾਜ, ਮਾਤਾ ਗੁਜਰੀ ਜੀ, ਛੋਟੇ ਸਾਹਿਬਜ਼ਾਦੇ ਇੱਕ ਪਾਸੇ ਨੇ, ਕੁਝ ਸਿੰਘ, ਬਹੁਤ ਜ਼ਿਆਦਾ ਸਿੰਘ ਜਿਹੜੇ ਨੇ ਉਹ ਸਰਸਾ ਦੀ ਭੇਟ ਚੜ੍ਹ ਗਏ ਨੇ। ਕੁਝ ਧਾਰਮਿਕ ਗ੍ਰੰਥ, ਬੜੇ ਹੀਰੇ ਮੋਤੀ, ਜਿੰਨਾ ਕੁਝ ਸੀ ਉਹ ਬੜਾ ਕੁਝ ਸਰਸਾ ਦੀ ਭੇਟ ਚੜ੍ਹ ਗਿਆ, ਕਿਉਂਕਿ ਸਰਸੇ ਬੜਾ ਠਾਠਾਂ ਮਾਰਦੀ ਵਗ ਰਹੀ ਸੀ ਉਸ ਦਿਨ। ਤੋ ਕਲਗੀਧਰ ਮਹਾਰਾਜ ਚਮਕੌਰ ਦੀ ਗੜੀ ਪਾਰ ਕਰ, ਚਮਕੌਰ ਦੀ ਗੜੀ ਦੇ ਵਿੱਚ ਵੜਦੇ ਨੇ। ਸਰਸਾ ਨੂੰ ਪਾਰ ਕਰਕੇ ਚਮਕੌਰ ਦੀ ਗੜੀ ਦੇ ਅੰਦਰ ਅੰਦਰ ਜੋ ਕੁਛ ਅੱਗੇ ਵਿਸਥਾਰ, ਵੱਡੇ ਸਾਹਿਬਜ਼ਾਦਿਆਂ ਦੀ ਸ਼ਹੀਦੀ, ਅਗਾਹਾਂ ਜਾ ਕੇ ਜਿਵੇਂ ਜਿਵੇਂ ਇਤਿਹਾਸ ਹੈ ਸਮੇਂ ਦੇ ਨਾਲ ਆਪਾਂ ਸਾਰੀਆਂ ਸੰਗਤਾਂ ਸਰਵਣ ਕਰਾਂਗੇ। ਇੱਥੇ ਸਮਾਪਤੀ ਹੋ ਚੁੱਕੀ ਹੈ। ਭੁੱਲਾਂ ਚੁੱਕਾਂ ਦੀ ਖਿਮਾ। ਆਈਆਂ ਹੋਈਆਂ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ। ਸਮਾਂ ਇਜਾਜ਼ਤ ਨਹੀਂ ਦਿੰਦਾ। ਗੁਰੂ ਸਾਹਿਬ ਜੀ ਮਹਾਰਾਜ ਕਿਰਪਾ ਕਰਨ। ਗੁਰੂ ਸਾਹਿਬ ਜੀ ਮਹਾਰਾਜ ਜੀਆਂ ਦੀ ਸੰਗਤ ਬਖਸ਼ਣਯੋਗ ਹੈ।
ਪ੍ਰੇਮ ਦੇ ਨਾਲ ਸਾਰੀ ਸੰਗਤ ਬੁਲਾਈਏ। ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।